Hello dear students, I am again here with a new video, and in this video we are gonna learn how we can make an effective writing task to introduction. अक्सर स्टूडेंट्स मिस्टेक करते हैं whenever they have to write an introduction in the IELTS writing task 2. This is because they just copy, paste many things, they just try to cram the things and they copy that into your introductions, which results in lower band score in IELTS writing. ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਔਰ ਵੀਡੀਓ ਚੰਗੀ ਲੱਗੂਗੀ ਇਹ ਮੈਨੂੰ ਯਕੀਨ ਆ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ। ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਨਹੀਂ ਲੱਗਦੀ ਤੇ ਤੁਸੀਂ ਕਮੈਂਟ ਕਰ ਸਕਦੇ ਆ, ਆਪਣੀ ਜੋ ਵੀ ਤੁਹਾਨੂੰ ਡਾਊਟ ਹੈਗਾ ਉਸ ਨੂੰ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਆ। ਅਦਰਵਾਈਜ਼ ਡਿਸਲਾਈਕ ਦਾ ਬਟਨ ਵੀ ਤੁਹਾਡੇ ਸਾਹਮਣੇ ਆ, ਤੁਸੀਂ ਡਿਸਲਾਈਕ ਕਰਕੇ ਵੀ ਜਾ ਸਕਦੇ ਆ। ਸੋ ਵੀਡੀਓ ਨੂੰ ਪਹਿਲਾਂ ਜ਼ਰੂਰ ਦੇਖਦੇ ਆ ਕਿ ਆਪਾਂ IELTS ਰਾਈਟਿੰਗ ਟਾਸਕ 2 ਦੇ ਵਿੱਚ ਇੰਟਰੋਡਕਸ਼ਨ ਕਿਵੇਂ ਬਣਾਉਣੀ ਹੈਗੀ। ਸੋ ਸਟੂਡੈਂਟ ਇੱਕ ਕੁਐਸਚਨ ਤੁਹਾਡੇ ਸਾਹਮਣੇ ਮੈਂ ਲਿਆ ਹੋਇਆ, ਮੈਂ ਇਹਨੂੰ ਥੋੜਾ ਹਾਈਲਾਈਟ ਕਰ ਦਿੰਦਾ ਹਾਂ। ਸਟੇਟਮੈਂਟ ਤੁਹਾਡੀ ਸਕਰੀਨ ਦੇ ਉੱਤੇ ਆ ਸਟੂਡੈਂਟ, ਪਹਿਲਾਂ ਤੁਸੀਂ ਵੀਡੀਓ ਨੂੰ ਰੋਕ ਕੇ ਸਟੇਟਮੈਂਟ ਨੂੰ ਸਟੱਡੀ ਕਰਨਾ। ਸਟੇਟਮੈਂਟ ਕੀ ਕਹਿ ਰਹੀ ਆ? ਕੰਪੇਅਰ ਟੂ ਪਾਸਟ ਮੋਰ ਪੀਪਲ ਆਰ ਨਾਓ ਟਰਾਈਂਗ ਟੂ ਲਰਨ ਅ ਫੋਰੀਨ ਲੈਂਗੁਏਜ ਟੂ ਇਨਕਰੀਜ਼ ਦੇਅਰ ਚਾਂਸਸ ਆਫ ਲੈਂਡਿੰਗ ਅ ਜੌਬ in their native country or having better opportunities to work abroad. To what extent do you agree or disagree? ਸੋ ਜਿਵੇਂ ਕਿ ਤੁਹਾਨੂੰ ਪਤਾ ਕਿ ਹਰ ਇੱਕ ਕੁਐਸਚਨ ਐਟਲੀਸਟ 2 ਪਾਰਟਸ ਦੇ ਵਿੱਚ ਡਿਵਾਈਡ ਤਾਂ ਹੋਣਾ ਹੀ ਹੋਣਾ ਆ, ਜ਼ਿਆਦਾ ਪਾਰਟਸ ਵੀ ਹੋ ਸਕਦੇ ਆ, ਡਿਪੈਂਡ ਕਰਦਾ ਕੁਐਸਚਨ ਦੇ ਉੱਤੇ। ਸੋ ਇਸ ਕੁਐਸਚਨ ਦੇ ਵਿੱਚ ਸਾਡੇ ਜਿਹੜੇ ਆ ਸਾਡੀ ਸਟੇਟਮੈਂਟ ਹੈਗੀ ਆ ਔਰ ਇਹ ਸਾਡਾ ਕੁਐਸਚਨ ਹੈਗਾ। ਇਟ ਮੀਨਸ ਕਿ 2 ਪਾਰਟ ਸਾਡੇ ਡਿਵਾਈਡ ਹੋ ਚੁੱਕੇ ਆ। ਫਸਟ ਆਪਾਂ ਕੁਐਸਚਨ ਨੂੰ ਅੰਡਰਸਟੈਂਡ ਕਰ ਲਈਏ। ਕੀ ਕਹਿ ਰਿਹਾ ਕੁਐਸਚਨ ਕਿ ਕੰਪੇਅਰ ਟੂ ਪਾਸਟ, ਇਟ ਮੀਨਸ ਕਿ ਪਾਸਟ ਦੇ ਕੰਪੈਰੀਜ਼ਨ ਦੇ ਵਿੱਚ ਕਿ ਪਾਸਟ ਦੇ ਨਾਲੋਂ ਅੱਜ ਕੱਲ੍ਹ ਕੰਪੈਰੀਜ਼ਨ ਕਰਦਾ ਪਿਆ ਮੋਰ ਲਗਾ ਕੇ ਕਿ ਜ਼ਿਆਦਾਤਰ ਲੋਕ ਕੀ ਕਰ ਰਹੇ, ਇੱਕ ਫੋਰੀਨ ਲੈਂਗੁਏਜ ਸਿੱਖ ਰਹੇ ਆ। ਉਹਨਾਂ ਦਾ ਪਰਪਸ ਕੀ ਹੈਗਾ? 2+V1 ਜਦੋਂ ਵੀ ਲੱਗਾ ਇਨਫਿਨਿਟਿਵ, ਇਟ ਮੀਨਸ ਕਿ ਇਹ ਪਰਪਸ ਦੱਸਦਾ ਵੀ ਕਿਉਂ ਸਿੱਖ ਰਹੇ ਆ। ਟੂ ਇਨਕਰੀਜ਼ ਦੇਅਰ ਚਾਂਸਿਸ ਆਫ ਲੈਂਡਿੰਗ ਅ ਜੌਬ ਇਨ ਦੇਅਰ ਨੇਟਿਵ ਕੰਟਰੀ ਔਰ ਹੈਵਿੰਗ ਬੈਟਰ ਅਪੋਰਚੁਨਿਟੀਜ਼ ਟੂ ਵਰਕ ਅਬਰੋਡ। ਸੋ 2 ਉਹਨੇ ਰੀਜ਼ਨ ਇੱਥੇ ਦਿੱਤੇ ਆ। ਸੋ ਓਵਰਆਲ ਕੀ ਹੈਗਾ ਕਿ ਲੈਂਗੁਏਜ ਸਿੱਖ ਰਹੇ ਅੱਜ ਕੱਲ੍ਹ ਲੋਕ ਜ਼ਿਆਦਾ। ਇੱਕ ਫੋਰਨ ਲੈਂਗੁਏਜ ਕੋਈ ਵੀ ਹੋ ਸਕਦੀ ਹੈ, ਸਾਨੂੰ ਕੋਈ ਇੱਥੇ ਲੈਂਗੁਏਜ ਨਹੀਂ ਦਿੱਤੀ। ਆਪਾਂ ਮੋਸਟਲੀ ਜਦੋਂ ਫੋਰਨ ਲੈਂਗੁਏਜ ਦੀ ਗੱਲ ਆਉਂਦੀ ਤਾਂ ਆਪਾਂ ਇੰਗਲਿਸ਼ ਹੀ ਸੋਚਦੇ ਹਾਂ। ਚਲੋ ਆਪਾਂ ਉਸ ਨੂੰ ਐਜ਼ ਐਗਜ਼ਾਮਪਲ ਲੈ ਸਕਦੇ ਹਾਂ, ਬਟ ਇੱਥੇ ਕੋਈ ਪਰਟੀਕੂਲਰ ਲੈਂਗੁਏਜ ਦੀ ਗੱਲ ਨਹੀਂ ਕੀਤੀ। ਫੋਰਨ ਲੈਂਗੁਏਜ ਕੋਈ ਵੀ ਹੋ ਸਕਦੀ ਆ। ਸੋ ਕਿਉਂ ਸਿੱਖ ਰਹੇ ਆ? ਤਾਂ ਕਿ ਉਹਨਾਂ ਨੂੰ ਆਪਣੀ ਕੰਟਰੀ ਦੇ ਵਿੱਚ ਜਾਂ ਫਿਰ ਦੂਸਰੀ ਕੰਟਰੀਜ਼ ਦੇ ਵਿੱਚ ਵਧੀਆ ਜੌਬ ਅਪੋਰਚੁਨਿਟੀਜ਼ ਮਿਲ ਸਕਣ। ਹੁਣ ਕੁਐਸਚਨ ਸਟੂਡੈਂਟ ਇਹਦੇ ਵਿੱਚ ਪੁੱਛਿਆ ਕਿ ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ। ਫਸਟ ਆਫ ਆਲ ਆਪਾਂ ਦੇਖ ਲਈਏ, ਜਦੋਂ ਵੀ ਆਪਾਂ ਇੰਟਰੋਡਕਸ਼ਨ ਲਿਖਣੀ ਅਸੀਂ 2 ਕੰਮ ਕਰਨੇ ਹੁੰਦੇ ਆ। ਨੰਬਰ 1 ਤੇ ਅਸੀਂ ਕਰਨਾ ਹੁੰਦਾ ਪੈਰਾਫਰੇਜ਼ੇਸ਼ਨ, ਐਂਡ ਨੰਬਰ 2 ਥੀਸਿਸ ਸਟੇਟਮੈਂਟ, which means answer to the question। ਵੀ ਅਸੀਂ ਆਨਸਰ ਦੇ ਵਿੱਚ, ਸੌਰੀ ਮੈਂ ਇੱਥੇ ਸਪੈਲਿੰਗ ਦੀ ਮਿਸਟੇਕ ਕਰ ਗਿਆ। 2 ਕੰਮ ਕਰਨੇ ਹੁੰਦੇ ਸਟੂਡੈਂਟ ਜਦੋਂ ਵੀ ਇੰਟਰੋਡਕਸ਼ਨ ਲਿਖਣੀ ਹੈ। ਕੁਐਸਚਨ ਨੂੰ ਪੈਰਾਫਰੇਜ਼ ਕਰਨਾ ਜਿੰਨਾ ਵੀ ਸਾਨੂੰ ਕੁਐਸਚਨ ਦਿੱਤਾ ਹੋਇਆ, ਉਸ ਤੋਂ ਬਾਅਦ ਥੀਸਿਸ ਸਟੇਟਮੈਂਟ ਲਿਖਣੀ ਹੈ ਜਿਹੜਾ ਕਿ ਸਾਡਾ ਆਨਸਰ ਹੁੰਦਾ ਕੁਐਸਚਨ ਦਾ, ਕਿ ਅਸੀਂ ਐਸੇ ਦੇ ਵਿੱਚ ਕਰਨ ਕੀ ਲੱਗੇ ਆ। ਮੀਨਸ ਕਿ ਜਿਵੇਂ ਕਿ ਇਹ ਵਾਲਾ ਐਸੇ ਸਾਡਾ ਐਗਰੀ ਡਿਸਐਗਰੀ ਤੇ ਆਪਾਂ ਇੱਥੇ ਕਲੀਅਰ ਕਰਾਂਗੇ ਕਿ ਮੈਂ ਐਗਰੀ ਹਾਂ ਜਾਂ ਡਿਸਐਗਰੀ ਹਾਂ। ਥੀਸਿਸ ਸਟੇਟਮੈਂਟ ਲਿਖਣ ਲੱਗੇ ਬਹੁਤ ਸਾਰੇ ਸਟੂਡੈਂਟ ਗਲਤੀ ਕਰਦੇ ਆ, ਮੈਂ ਦੱਸੂਗਾ ਹੁਣ ਕਿ ਆਪਾਂ ਉਹ ਵੀ ਗਲਤੀ ਨਹੀਂ ਕਰਨੀ ਹੈਗੀ। ਸੋ ਹੁਣ ਆਪਾਂ ਪਹਿਲਾਂ ਕੁਐਸਚਨ ਤੇ ਆਈਏ ਸਟੂਡੈਂਟ ਇੱਕ ਵਾਰੀ ਫਿਰ, ਕਿ ਸਟੇਟਮੈਂਟ ਸਾਨੂੰ ਕਹਿ ਕੀ ਰਹੀ ਹੈ। ਕੰਪੇਅਰ ਟੂ ਪਾਸਟ, ਅੱਜ ਕੱਲ੍ਹ ਬਹੁਤ ਸਾਰੇ ਲੋਕ ਇੱਕ ਫੋਰੀਨ ਲੈਂਗੁਏਜ ਨੂੰ ਸਿੱਖ ਰਹੇ ਆ ਤਾਂ ਕਿ ਉਹਨਾਂ ਨੂੰ ਇੱਕ ਵਧੀਆ ਜੋਬ ਮਿਲ ਸਕੇ ਉਹਨਾਂ ਦੀ ਆਪਣੀ ਕੰਟਰੀ ਦੇ ਵਿੱਚ ਜਾਂ ਫਿਰ ਕਿਸੇ ਫੋਰਨ ਕੰਟਰੀ ਦੇ ਵਿੱਚ। ਸਾਨੂੰ ਪੁੱਛਿਆ ਸੀਗਾ ਕਿ ਤੁਸੀਂ ਇਸ ਕੁਐਸਚਨ ਦੇ ਨਾਲ ਜਾਂ ਇਸ ਸਟੇਟਮੈਂਟ ਦੇ ਨਾਲ ਐਗਰੀ ਆ ਜਾਂ ਡਿਸਐਗਰੀ ਆ। ਹੋਪ ਹੈ ਕਿ ਤੁਸੀਂ ਆਪਣਾ ਡਿਸੀਜਨ ਲਿਆ ਹੋਊਗਾ ਕੁਛ ਨਾ ਕੁਛ ਸੋਚ ਕੇ ਕਿ ਮੈਂ ਐਗਰੀ ਹੋਣਾ ਜਾਂ ਮੈਂ ਡਿਸਐਗਰੀ ਹੋਣਾ। ਸੋ ਹੁਣ ਆਪਾਂ ਕੀ ਕਰਨਾ, ਜਦੋਂ ਵੀ ਆਪਾਂ ਇੰਟਰੋਡਕਸ਼ਨ ਬਣਾਉਣੀ ਹੈ ਸਟੂਡੈਂਟ, ਆਪਾਂ ਪਹਿਲਾਂ ਕੁਐਸਚਨ ਨੂੰ ਪੜ੍ਹ ਕੇ 2 ਤਰੀਕੇ ਨਾਲ ਇੰਟਰੋਡਕਸ਼ਨ ਬਣਾ ਸਕਦੇ। ਪਹਿਲੇ ਨੰਬਰ ਤੇ ਆਪਾਂ ਸਿੱਧਾ ਕੋਈ ਸਿਨੋਨਿਮ ਯੂਜ਼ ਕਰੀਏ ਔਰ ਵਰਡਸ ਨੂੰ ਚੇਂਜ ਕਰ ਦਈਏ। ਐਂਡ ਨੰਬਰ 2 ਦੇ ਉੱਤੇ ਅਸੀਂ ਕੀ ਕਰ ਸਕਦੇ ਹਾਂ? ਨੰਬਰ 2 ਤੇ ਅਸੀਂ ਕਰ ਸਕਦੇ ਕਿ ਕੁਐਸਚਨ ਨੂੰ ਸਮਝੀਏ, ਫਿਰ ਉਸ ਕੁਐਸਚਨ ਨੂੰ ਇੱਕ ਸਾਈਡ ਤੇ ਰੱਖ ਦਈਏ, ਆਪਣੇ ਕੋਲੋਂ ਸੋਚੀਏ ਕਿ ਕੀ ਐਗਜ਼ਾਮੀਨਰ ਕੁਐਸਚਨ ਸਾਨੂੰ ਕੀ ਪੁੱਛ ਰਿਹਾ ਤੇ ਅਸੀਂ ਕਿਸ ਚੀਜ਼ ਨੂੰ, ਇਸ ਨੂੰ ਕਿਸ ਤਰੀਕੇ ਨਾਲ ਲਿਖਣਾ ਹੈ। ਸਿੰਪਲੀ ਸਾਡੇ ਐਸੇ ਨੂੰ ਅਗਰ ਮੈਂ ਹੁਣ ਸਟੇਟਮੈਂਟ ਨੂੰ ਪਰਾਂ ਰੱਖਦਾ ਤਾਂ ਸਿੰਪਲੀ ਮੈਂ ਕਹਿ ਸਕਦਾ ਕਿ ਅੱਜ ਕੱਲ੍ਹ ਜਿਹੜਾ ਆ ਕੋਈ ਵੀ ਇੰਟਰਨੈਸ਼ਨਲ ਲੈਂਗੁਏਜ ਵੱਲ ਲੋਕ ਪ੍ਰੈਫਰੈਂਸ ਦੇ ਰਹੇ ਉਹਨਾਂ ਨੂੰ ਤਾਂ ਕਿ ਉਹਨਾਂ ਨੂੰ ਇੱਕ ਵਧੀਆ ਜੋਬ ਮਿਲ ਸਕੇ। ਬਸ ਸਿੰਪਲ ਇੰਨਾ ਹੀ ਕੁਐਸਚਨ ਆ ਸਾਡਾ। ਕੁਐਸਚਨ ਨੂੰ ਪਰਾਂ ਰੱਖ ਦਿਓ, ਆਪਣੇ ਕੋਲੋਂ ਸੋਚੋ ਕਿ ਜੋ ਵਰਡ ਸਾਨੂੰ ਉਹਦੇ ਵਿੱਚ ਦਿੱਤੇ ਉਹ ਆਪਾਂ ਸਾਰੇ ਅਵੋਇਡ ਕਰਤੇ ਆ। ਅਸੀਂ ਹੁਣ ਆਪਣੇ ਕੋਲੋਂ ਸੋਚੀਏ ਵੀ ਇਹ ਗੱਲ ਨੂੰ ਕਿੱਦਾਂ ਲਿਖਿਆ ਜਾ ਸਕਦਾ। ਸੋ ਦੇਰ ਆਰ ਨੰਬਰ ਆਫ ਵੇਜ਼ ਟੂ ਰਾਈਟ ਦਿਸ ਲਾਈਨ। ਸਿੰਪਲ ਵੇਜ਼ ਹੈਗਾ ਕਿ ਤੁਸੀਂ ਸਟੇਟਮੈਂਟ ਤੁਸੀਂ ਜਿਹੜਾ ਟੈਂਸ ਨੂੰ ਸੇਮ ਰਹਿਣ ਦਿਓ ਔਰ ਉਹਦੀ ਜਗ੍ਹਾ ਤੇ ਵਰਡ ਨਵੇਂ ਪਾ ਦਿਓ, ਜਿਵੇਂ ਕਿ ਕੰਪੇਅਰ ਟੂ ਪਾਸਟ ਇਨ ਕੰਪੈਰੀਜ਼ਨ ਵਿਦ ਦਾ
past years, ठीक है। इस तरह कहते more people are now trying to learn a foreign language, a large number of people are nowadays learning a new language। इस तरीके ਦੇ ਨਾਲ ਆਪਾਂ ਸਿੰਪਲ ਵੀ ਲਿਖ ਸਕਦੇ ਹਾਂ। ਜਿਵੇਂ ਕਿ ਇਸ ਕੁਐਸਚਨ ਨੂੰ ਮੈਂ ਆਲਰੇਡੀ ਹੀ ਪੈਰਾਫਰੇਜ਼ ਕਰ ਲਿਆ ਤਾਂ ਕਿ ਮੇਰਾ ਟਾਈਮ ਬਚ ਜਾਵੇ, ਤੇ ਮੈਂ ਉਹਨੂੰ ਸਿੱਧਾ ਇੱਥੇ ਕਾਪੀ ਪੇਸਟ ਕਰ ਦੂੰਗਾ। ਸੋ ਆ ਸਾਡੀ ਸਟੇਟਮੈਂਟ ਸਟੂਡੈਂਟ ਆ ਗਈ ਆ। ਮੈਂ ਇਸ ਨੂੰ ਵੀ ਥੋੜਾ ਹਾਈਲਾਈਟ ਕਰ ਦਿੰਦਾ ਹੈ ਤਾਂ ਕਿ ਤੁਹਾਨੂੰ ਕਲੀਅਰਲੀ ਜਿਹੜਾ ਆ ਦਿਸ ਜਾਵੇ। ਲੋ ਜੀ, ਕੁਐਸਚਨ ਸਾਡਾ ਸਟੂਡੈਂਟਸ ਪੈਰਾਫਰੇਜ਼ ਹੋ ਚੁੱਕਿਆ ਹੈ। ਇਹਨੂੰ ਹੁਣ ਆਪਾਂ ਸਟੱਡੀ ਕਰਦੇ ਹਾਂ ਕਿ ਐਕਚੁਅਲ ਦੇ ਵਿੱਚ ਸਟੇਟਮੈਂਟ ਕਹਿ ਕੇ ਰਹੀ ਹੈ। ਸੋ ਉਹਨੇ ਕੀ ਕਿਹਾ ਸੀ, ਕੰਪੇਅਰ ਟੂ ਪਾਸਟ। ਮੈਂ ਇਹਨੂੰ ਲਿਖ ਦਿੱਤਾ ਅਨਲਾਈਕ ਦਾ ਪਾਸਟ। ਅਨਲਾਈਕ ਦਾ ਪਾਸਟ ਮੀਨਸ ਕੀ ਹੋ ਗਿਆ ਕਿ ਪਾਸਟ ਦੇ ਓਪੋਜ਼ਿਟ, ਪਾਸਟ ਵਿੱਚ ਜੋ ਹੁੰਦਾ ਸੀ ਉਹਦੇ ਓਪੋਜ਼ਿਟ ਹੋ ਗਿਆ। more people are now trying to learn a foreign language. A higher number of individuals consider learning a foreign language to increase, purpose ਕੀ ਸੀਗਾ, to get, ਕੀ get ਕਰਨਾ ਉਹਨਾਂ ਨੇ, their chances of landing a job in their native country or having better opportunities to work abroad, to get attractive job opportunities not only in their native country but in other countries also। ਸੋ ਮੈਨੂੰ ਹੋਪ ਹੈ ਕਿ ਤੁਹਾਨੂੰ ਆਨਸਰ ਮੇਰਾ ਕਲੀਅਰਲੀ ਜਿਹੜਾ ਕੁਐਸਚਨ ਆ ਪੈਰਾਫਰੇਜ਼ ਹੋਇਆ ਕਲੀਅਰ ਹੋ ਚੁੱਕਿਆ ਹੋਊਗਾ। ਸਟੂਡੈਂਟਸ ਇਸ ਨੂੰ ਰੋਕ ਕੇ ਇੱਕ ਵਾਰੀ ਚੈੱਕ ਕਰ ਲਓ ਕਿ ਮੈਂ ਕਿਸ ਤਰੀਕੇ ਦੇ ਨਾਲ ਇੰਟਰੋਡਕਸ਼ਨ ਨੂੰ ਪੈਰਾਫਰੇਜ਼ ਕੀਤਾ। ਕੰਪੇਅਰ ਟੂ ਪਾਸਟ, ਅਨਲਾਈਕ ਦਾ ਪਾਸਟ, more number of people, a higher number of individuals are now trying to learn a foreign language, consider learning a foreign language। ਸਟੂਡੈਂਟਸ ਸਮਟਾਈਮਸ ਕੀ ਹੁੰਦਾ ਕਿ ਤੁਸੀਂ ਦੇਖਦੇ ਆ ਕਿ ਆਹ ਵਰਡਸ ਜਿਹੜੇ ਮੈਂ ਕਾਪੀ ਕਰ ਰਿਹਾ। ਸਮਟਾਈਮਸ ਸਟੂਡੈਂਟਸ ਕੀ ਹੋ ਸਕਦਾ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਵਰਡ ਨਹੀਂ ਹੁੰਦੇ ਕਿ ਅਸੀਂ ਉਹਨੂੰ ਰਿਪਲੇਸ ਕਰ ਸਕੀਏ। ਔਰ ਹਾਂ, ਇੱਕ ਚੀਜ਼ ਹੋਰ ਆ, ਗਲਤ ਸਿਨੋਨਿਮ ਯੂਜ਼ ਕਰਨ ਦੇ ਨਾਲੋਂ ਬੈਟਰ ਹੈਗਾ ਕਿ ਤੁਸੀਂ ਜਿਹੜਾ ਵਰਡ ਹੈ ਉਹਨੂੰ ਕਾਪੀ ਕਰ ਸਕਦੇ ਆ। ਐਟਲੀਸਟ ਤੁਸੀਂ ਕਰੈਕਟ ਤਾਂ ਲਿਖ ਰਹੇ ਹੋਵੋਗੇ। ਸੋ ਇਸ ਕਰਕੇ ਰੋਂਗ ਸਿਨੋਨਿਮਸ, ਹਰ ਵਰਡ ਨੂੰ ਚੇਂਜ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਕਦੇ ਵੀ। ਜਿਹੜਾ ਵਰਡ ਤੁਹਾਡੇ ਤੋਂ ਈਜ਼ੀਲੀ ਚੇਂਜ ਹੋ ਰਿਹਾ ਉਸ ਨੂੰ ਹੀ ਚੇਂਜ ਕਰੋ, ਅਦਰਵਾਈਜ਼ ਉਸ ਗੱਲ ਨੂੰ ਹੋਰ ਤਰੀਕੇ ਨਾਲ ਕਹਿ ਲਓ। ਔਰ ਨਹੀਂ ਹੋ ਰਿਹਾ ਤੇ ਗਲਤ ਵਰਡ ਨੂੰ ਚੂਜ਼ ਨਹੀਂ ਕਰਨਾ, ਉਹਨੂੰ ਅਵੋਇਡ ਕਰਨਾ। ਇਸ ਕਰਕੇ ਉਹਨੂੰ ਤੁਸੀਂ ਕਾਪੀ ਕਰ ਸਕਦੇ। ਲੈਂਗੁਏਜ ਨੂੰ ਆਪਾਂ ਲੈਂਗੁਏਜ ਹੀ ਕਵਾਂਗੇ, ਹੋਰ ਤਰੀਕਾ ਕੁਝ ਨਹੀਂ ਹੈਗਾ ਇਸ ਵਰਡ ਨੂੰ ਕਹਿਣ ਦਾ। ਸੋ ਉਸ ਤੋਂ ਬਾਅਦ ਪਰਪਸ ਕੀ ਸੀਗਾ ਸਿੱਖਣ ਦਾ ਲੈਂਗੁਏਜ, ਟੂ ਇਨਕਰੀਜ਼ देयर ਚਾਂਸਸ ਆਫ ਲੈਂਡਿੰਗ ਅ ਜੋਬ, ਟੂ ਗੈਟ ਅਟਰੈਕਟਿਵ ਜੋਬ ਅਪੋਰਚੁਨਿਟੀਜ਼ ਨਾਟ ਓਨਲੀ ਇਨ देयर ਨੇਟਿਵ ਕੰਟਰੀ ਬਟ ਇਨ ਅਦਰ ਕੰਟਰੀਜ਼ ਆਲਸੋ। ਸੋ ਇਹ ਤਾਂ ਹੋ ਗਿਆ ਸਾਡਾ ਇੰਟਰੋਡਕਸ਼ਨ ਕੁਐਸਚਨ, ਸਾਡਾ ਪੈਰਾਫਰੇਜ਼ ਹੋ ਗਿਆ, ਸਾਡਾ ਫਸਟ ਕੰਮ ਜਿਹੜਾ ਆ ਇਹ ਕੰਪਲੀਟ ਹੋ ਚੁੱਕਿਆ। ਹੁਣ ਆਪਾਂ ਲਿਖਣੀ ਆ ਥੀਸਿਸ ਸਟੇਟਮੈਂਟ। ਅਕਸਰ ਸਟੂਡੈਂਟ ਕੀ ਕਰਦੇ ਆ, ਥੀਸਿਸ ਸਟੇਟਮੈਂਟਸ ਲਿਖਦੇ ਆ। ਮੈਂ ਤੁਹਾਨੂੰ ਲਿਖ ਕੇ ਦਿਖਾਊਂਗਾ ਵੀ ਉਹ ਕਰਦੇ ਕੀ ਆ, ਜਿਹਦੇ ਕਰਕੇ ਤੁਹਾਡਾ ਸਕੋਰ 5.5 ਤੋਂ ਉੱਪਰ ਨਹੀਂ ਜਾ ਸਕਦਾ। ਹੁਣ ਇਹਦੀ ਥੀਸਿਸ ਸਟੇਟਮੈਂਟ ਬਣ ਕੀ ਸਕਦੀ ਹੈ ਕਿ ਜਾਂ ਤਾਂ ਮੈਂ ਇਹਨਾਂ ਐਗਰੀ ਹੋਊਂਗਾ ਜਾਂ ਮੈਂ ਡਿਸਐਗਰੀ ਹੋਊਂਗਾ। ਐਕਸਟੈਂਟ ਵਾਲਾ ਐਸੇ ਆ, ਇਟ ਮੀਨਸ ਕਿ ਮੈਂ ਪਾਰਸ਼ਲੀ ਐਗਰੀ ਪਾਰਸ਼ਲੀ ਡਿਸਐਗਰੀ ਹੋ ਕੇ ਦੋਨੋਂ ਸਾਈਡ ਵੀ ਐਸੇ ਨੂੰ ਲਿਖ ਸਕਦਾ ਹਾਂ। ਸੋ ਮੈਂ ਇੱਥੇ ਇੱਕ ਤਰੀਕੇ ਦੀ ਥੀਸਿਸ ਸਟੇਟਮੈਂਟ ਲਿਖਦਾ ਜਿਹੜੀ ਅਕਸਰ ਸਟੂਡੈਂਟ ਆ ਲਿਖਦੇ ਹੋ। ਜਾਂ ਤਾਂ ਲਿਖਣਗੇ ਆਈ, ਮੰਨ ਲਓ ਮੈਂ ਪਾਰਸ਼ਲੀ ਐਗਰੀ ਦੇ ਉੱਤੇ ਲਿਖਣੀ ਹੈ ਤਾਂ ਮੈਂ ਉਸ ਤਰੀਕੇ ਨਾਲ ਹੀ ਲਿਖ ਦਿੰਦਾ। ਸੋ ਆਈ ਪਾਰਸ਼ਲੀ ਐਗਰੀ ਵਿਦ ਦਿਸ statement and I will give my reasons in the following paragraphs। ਇਸ ਤਰੀਕੇ ਦੇ ਨਾਲ ਸਟੂਡੈਂਟਸ ਅਕਸਰ ਜਿਹੜੇ ਇੰਟਰੋਡਕਸ਼ਨਾਂ ਲਿਖਦੇ ਆ, ਥੀਸਿਸ ਸਟੇਟਮੈਂਟ ਆ ਸੌਰੀ ਲਿਖਦੇ ਆ, ਬਟ ਇਹ ਵਾਲੀ ਇੰਟਰੋਡਕਸ਼ਨ ਦੀ ਥੀਸਿਸ ਸਟੇਟਮੈਂਟ ਤੁਹਾਨੂੰ 5.5 ਬੈਂਡ ਜਾਂ 5 ਬੈਂਡ ਤੋਂ ਉੱਪਰ ਸਕੋਰ ਨਹੀਂ ਦਵਾ ਸਕਦੀ। ਆਇਲਸ ਦੇ ਵਿੱਚ ਜਦੋਂ ਵੀ ਤੁਸੀਂ ਐਸੇ ਲਿਖਦੇ ਆ ਤੁਹਾਨੂੰ ਆਪਣੀ ਪੋਜੀਸ਼ਨ ਕਲੀਅਰ ਕਰਨੀ ਬਹੁਤ ਜ਼ਰੂਰੀ ਹੁੰਦੀ ਆ। ਪੋਜੀਸ਼ਨ ਕਲੀਅਰ ਕਰਨ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਜੋ ਵੀ ਥੀਸਿਸ ਸਟੇਟਮੈਂਟ ਲਿਖਦੇ ਆ ਉਹ ਇਸ ਤਰੀਕੇ ਨਾਲ ਹੋਣੀ ਚਾਹੀਦੀ ਕਿ ਐਗਜ਼ਾਮੀਨਰ ਨੂੰ ਕਲੀਅਰ ਹੋ ਜਾਏ ਵੀ ਸਟੂਡੈਂਟ ਆਪਣੇ ਐਸੇ ਦੇ ਵਿੱਚ ਕਰਨ ਕੀ ਲੱਗਿਆ। ਤੁਸੀਂ ਐਗਜ਼ਾਮੀਨਰ ਨੂੰ ਕਲੀਅਰ ਦੱਸਣਾ ਹੈ ਕਿ ਤੁਸੀਂ ਇਸ ਐਸੇ ਦੇ ਬਾਰੇ, ਇਸ ਪੁਆਇੰਟ ਆਫ ਵਿਊਜ਼ ਦੇ ਬਾਰੇ ਕੀ ਸੋਚਦੇ ਪਏ ਆ। ਯੂਅਰ ਪੋਜੀਸ਼ਨ ਮਸਟ ਬੀ ਕਲੀਅਰ ਫॉर ਦਾ ਕੰਪਲੀਟ ਐਸੇ। ਤੁਹਾਡੀ ਪੂਰੇ ਐਸੇ ਦੇ ਵਿੱਚ ਹੀ ਪੋਜੀਸ਼ਨ ਕਲੀਅਰ ਹੋਣੀ ਚਾਹੀਦੀ ਆ। ਆਇਲਸ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਹਰ ਇੱਕ ਚੀਜ਼ ਕਲੀਅਰ ਕੀਤੀ ਹੈ ਕਿ ਅਗਰ ਇੱਕ ਵਧੀਆ ਸਕੋਰ ਲੈਣਾ ਆ ਤੇ ਤੁਹਾਨੂੰ ਆਪਣੀ ਪੋਜੀਸ਼ਨ ਕਲੀਅਰ ਕਰਨੀ ਚਾਹੀਦੀ ਆ। ਸੋ ਇਸ ਕਰਕੇ ਮੈਂ ਸਟੂਡੈਂਟ ਕਹਿੰਦਾ ਵੀ ਕਦੀ ਵੀ ਆਪਾਂ ਇਸ ਤਰ੍ਹਾਂ ਦੀਆਂ ਇੰਟਰੋਡਕਸ਼ਨਸ ਨਹੀਂ ਲਿਖਣੀਆਂ, ਕਾਪੀ ਕਰਕੇ ਇੰਟਰੋਡਕਸ਼ਨਸ ਨਹੀਂ ਲਿਖਣੀਆਂ ਹੈਗੀਆਂ। ਇੰਟਰੋਡਕਸ਼ਨ ਲਿਖਣੀ ਕਿੱਦਾਂ ਆ ਉਹ ਮੈਂ ਹੁਣ ਤੁਹਾਨੂੰ ਦੱਸਦਾ ਆ। ਇਹਨੂੰ ਮੈਂ ਇੱਥੋਂ ਡਿਲੀਟ ਕਰ ਦੂੰਗਾ। ਸਟੂਡੈਂਟ ਮੇਰੀ ਇਹਦੇ ਵਿੱਚ ਜਿਹੜੀ ਥੀਸਿਸ ਸਟੇਟਮੈਂਟ ਆ ਮੈਂ ਇਹ ਸੋਚੀ ਆ ਕਿ ਵਾਕਿਆ ਹੀ ਮੈਂ ਇਸ ਗੱਲ ਦੇ ਨਾਲ ਐਗਰੀ ਕਰਦਾ ਆ ਕਿ ਬਹੁਤ ਸਾਰੇ ਸਟੂਡੈਂਟ ਬਹੁਤ ਸਾਰੇ ਲੋਕ ਜਿਹੜੇ ਇੱਕ ਜੌਬ ਲੈਣ ਦੇ ਲਈ ਇੰਟਰਨੈਸ਼ਨਲ ਲੈਂਗੁਏਜ ਸਿੱਖਦੇ ਆ। ਇਸ ਚੀਜ਼ ਨਾਲ ਮੈਂ ਐਗਰੀ ਕਰਦਾ ਆ, ਬਟ ਮੈਂ ਇਹਦੇ ਨਾਲ ਕੰਪਲੀਟਲੀ ਐਗਰੀ ਨਹੀਂ ਕਰਦਾ ਕਿ ਲੋਕ ਇਕੱਲੇ ਇਸ ਹੀ ਰੀਜ਼ਨ ਕਰਕੇ ਲੈਂਗੁਏਜ ਨੂੰ ਸਿੱਖਦੇ ਆ। ਮੇਰੇ ਅਕੋਰਡਿੰਗ ਲੋਕ ਸਟੱਡੀ ਕਰਨ ਤੇ ਜਾਣ ਦੇ ਲਈ ਵੀ ਜਿਹੜਾ ਹੈਗਾ ਆ ਲੈਂਗੁਏਜ ਨੂੰ ਸਿੱਖਦੇ ਆ,
ਜਾਂ ਫਿਰ ਟਰੈਵਲਿੰਗ ਪਰਪਸਿਸ ਦੇ ਵੀ ਲੈਂਗੁਏਜ ਨੂੰ ਸਿੱਖਦੇ ਆ, ਬਿਕੋਜ਼ ਜਦੋਂ ਉਹਨਾਂ ਨੇ ਟਰੈਵਲ ਕਰਨਾ ਦੇ ਹੈਵ ਟੂ ਕਮਿਊਨੀਕੇਟ ਵਿਦ ਦ ਪੀਪਲ ਆਫ ਡਿਫਰੈਂਟ ਕਲਚਰਲ ਬੈਕਗਰਾਉਂਡਸ ਆਫ ਡਿਫਰੈਂਟ ਕੰਟਰੀਜ਼। In the same way, whenever they have to get education in a foreign country, they also have to learn। ਜਿਵੇਂ ਕਿ ਆ ਤਾਂ ਸਿੰਪਲ ਤੁਹਾਡੇ ਤੇ ਲੱਗ ਗਈ ਗੱਲ ਕਿ ਤੁਸੀਂ ਹੁਣ ਬਾਹਰ ਸਟੱਡੀ ਕਰਨ ਜਾਣਾ ਤੇ ਤੁਸੀਂ ਲੈਂਗੁਏਜ ਸਿੱਖ ਰਹੇ ਆ, ਸੋ ਇੱਥੇ ਤੁਸੀਂ ਡਾਇਰੈਕਟਲੀ ਕੰਮ ਕਰਨ ਤਾਂ ਨਹੀਂ ਜਾ ਰਹੇ ਹੈਗੇ। ਸੋ ਇਟ ਮੀਨਸ ਕੀ ਆ ਕਿ ਮੈਂ ਇਸ ਚੀਜ਼ ਨਾਲ ਐਗਰੀ ਕਰਦਾ ਆ ਕਿ ਹਾਂ ਬਹੁਤ ਸਾਰੇ ਲੋਕ ਜੌਬ ਲੈਣ ਲਈ ਲੈਂਗੁਏਜ ਸਿੱਖਦੇ ਆ, ਇਸ ਚੀਜ਼ ਨਾਲ ਮੈਂ ਐਗਰੀ ਹਾਂ, ਬਟ ਮੈਂ ਇਹਨਾਂ ਕੰਪਲੀਟਲੀ ਐਗਰੀ ਨਹੀਂ ਹੈਗਾ, ਬਿਕੋਜ਼ ਮੈਨੂੰ ਲੱਗਦਾ ਕਿ ਇਸ ਤੋਂ ਇਲਾਵਾ ਵੀ ਸਾਡੇ ਹੋਰ ਰੀਜ਼ਨ ਹੈਗੇ ਆ ਇੱਕ ਲੈਂਗੁਏਜ ਨੂੰ ਸਿੱਖਣ ਦੇ। ਸਿੰਪਲੀ ਮੈਂ ਕਹਿ ਸਕਦਾ ਕਿ ਮੈਂ ਇਸ ਐਸੇ ਦੇ ਨਾਲ ਕੰਪਲੀਟਲੀ ਐਗਰੀ ਨਹੀਂ ਹੋ ਰਿਹਾ, ਪਾਰਸ਼ਲੀ ਐਗਰੀ ਹੋ ਰਿਹਾ। ਸੋ ਮੈਂ ਸਿੱਧਾ ਪਾਰਸ਼ਲੀ ਡਿਸਐਗਰੀ ਐਗਰੀ ਲਿਖਣ ਦੇ ਨਾਲੋਂ ਮੈਂ ਇੱਕ ਸਟੇਟਮੈਂਟ ਇਸ ਤਰੀਕੇ ਨਾਲ ਲਿਖੂੰਗਾ ਕਿ ਐਗਜ਼ਾਮੀਨਰ ਨੂੰ ਮੇਰੀ ਥੀਸਿਸ ਇਫੈਕਟਿਵ ਵੀ ਲੱਗੇ ਤੇ ਮੇਰਾ ਆਨਸਰ ਵੀ ਇਹਨੂੰ ਕਲੀਅਰ ਹੋ ਜਾਏ ਕਿ ਮੈਂ ਐਸੇ ਦੇ ਵਿੱਚ ਕਰਨਾ ਕੀ ਹੈ। ਸੋ ਮੈਂ ਇੱਥੇ ਕਾਪੀ ਪੇਸਟ ਕਰ ਦਿੰਦਾ ਆਪਣੀ ਥੀਸਿਸ ਸਟੇਟਮੈਂਟ। ਸੋ ਇਹਨੂੰ ਮੈਂ ਥੋੜਾ ਹਾਈਲਾਈਟ ਵੀ ਕਰ ਦਿੰਦਾ ਹੈ। ਸੋ ਤੁਸੀਂ ਇਸ ਥੀਸਿਸ ਸਟੇਟਮੈਂਟ ਨੂੰ ਪੜ੍ਹ ਕੇ ਅੰਦਾਜ਼ਾ ਲਗਾ ਸਕਦੇ ਆ ਕਿ ਆਪਣੀ ਥੀਸਿਸ ਸਟੇਟਮੈਂਟ ਕਿੰਨੀ ਮੈਂ ਕਲੀਅਰ ਲਿਖੀ ਆ। However, I believe people learn a language to increase their chances of employment। ਇਸ ਚੀਜ਼ ਦੇ ਨਾਲ ਮੈਂ ਐਗਰੀ ਕਰਦਾ ਆ ਕਿ ਲੋਕ ਆਪਣੀ ਇੰਪਲੋਇਮੈਂਟ ਤੇ ਚਾਂਸਸ ਨੂੰ ਇਨਕਰੀਜ਼ ਕਰਨ ਦੇ ਲਈ ਲੈਂਗੁਏਜ ਨੂੰ ਸਿੱਖਦੇ ਆ, ਬਟ ਐਜੂਕੇਸ਼ਨ ਐਂਡ ਟਰੈਵਲਿੰਗ ਆਰ ਆਲਸੋ ਦਾ ਰੀਜ਼ਨਸ ਫॉर ਲਰਨਿੰਗ ਐਨ ਇੰਟਰਨੈਸ਼ਨਲ ਲੈਂਗੁਏਜ। ਬਟ ਮੇਰੇ ਅਕੋਰਡਿੰਗ ਐਜੂਕੇਸ਼ਨ ਐਂਡ ਟਰੈਵਲਿੰਗ ਇਹ ਵੀ ਸਟੂਡੈਂਟਸ ਦੋ ਰੀਜ਼ਨ ਹੈਗੇ ਆ ਇੱਕ ਲੈਂਗੁਏਜ ਨੂੰ ਸਿੱਖਣ ਦੇ। ਸੋ ਦੇਖੋ ਕਿੰਨੀ ਕਲੀਅਰ ਥੀਸਿਸ ਸਟੇਟਮੈਂਟ ਮੈਂ ਐਗਜ਼ਾਮੀਨਰ ਨੂੰ ਕਲੀਅਰ ਦੱਸ ਰਿਹਾ ਕਿ ਇਸ ਚੀਜ਼ ਨਾਲ ਮੈਂ ਐਗਰੀ ਕਰਦਾ ਹਾਂ ਤੇ ਇਹਨੂੰ ਮੈਂ ਡਿਸਕਸ ਕਰੂੰਗਾ ਕਿ ਕਿਵੇਂ ਉਹ ਜੌਬ ਲੈ ਸਕਦੇ ਇੱਕ ਲੈਂਗੁਏਜ ਨੂੰ ਸਿੱਖ ਕੇ। ਬਟ ਉਸ ਤੋਂ ਬਾਅਦ ਮੈਂ ਦੂਸਰੇ ਬੋਡੀ ਪੈਰਾਗ੍ਰਾਫ ਦੇ ਵਿੱਚ ਮੈਂ ਇਹਨਾਂ ਡਿਸਐਗਰੀ ਹੋ ਕੇ ਮੈਂ ਇਹ ਕਹੂੰਗਾ ਕਿ ਮੇਰੇ ਹਿਸਾਬ ਨਾਲ ਦੋ ਆ ਵੀ ਪੁਆਇੰਟਸ ਹੈਗੇ ਐਜੂਕੇਸ਼ਨ ਐਂਡ ਟਰੈਵਲਿੰਗ। ਸੋ ਇਹਨਾਂ ਨੂੰ ਮੈਂ ਜਿਹੜਾ ਦੂਸਰੇ ਬੋਡੀ ਪੈਰਾਗ੍ਰਾਫ ਡਿਸਕਸ ਕਰੂੰਗਾ। ਸੋ ਐਗਜ਼ਾਮੀਨਰ ਨੂੰ ਮੇਰੀ ਥੀਸਿਸ ਸਟੇਟਮੈਂਟ ਕਲੀਅਰ ਆਨਸਰ ਦੇ ਰਹੀ ਆ ਕਿ ਮੈਂ ਐਸੇ ਦੇ ਵਿੱਚ ਕਰਨ ਕੀ ਜਾ ਰਿਹਾ। ਸੋ ਇਸ ਤਰੀਕੇ ਦੇ ਨਾਲ ਸਟੂਡੈਂਟ ਹਮੇਸ਼ਾ ਆਪਾਂ ਇੰਟਰੋਡਕਸ਼ਨ ਦੇ ਵਿੱਚ ਪੈਰਾਫਰੇਜ਼ ਕਰਨਾ ਐਂਡ ਥੀਸਿਸ ਸਟੇਟਮੈਂਟ ਲਿਖਣੀ ਆ ਤਾਂ ਕਿ ਅਸੀਂ ਘੱਟੋ ਘੱਟ ਰਾਈਟਿੰਗ ਦੇ ਵਿੱਚੋਂ 7 ਬੈਂਡ ਅਚੀਵ ਕਰ ਸਕੀਏ। ਸੋ ਹੋਪ ਹੈ ਕਿ ਤੁਹਾਨੂੰ ਮੇਰੀ ਵੀਡੀਓ ਦੇਖ ਕੇ ਕੁਝ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਹੋਗੀਆਂ। ਤੁਸੀਂ ਉਹਨਾਂ ਚੀਜ਼ਾਂ ਨੂੰ ਅਵੋਇਡ ਕਰੋਗੇ ਜਿਹੜੀਆਂ ਚੀਜ਼ਾਂ ਤੁਸੀਂ ਕਾਪੀ ਕਰਦੇ ਆ ਰਹੇ ਅਨਸੈਸਰੀਲੀ ਬਿਨਾਂ ਮਤਲਬ ਤੋਂ ਬਿਨਾਂ ਸੋਚਿਆ ਸਮਝਿਆ। ਹੋਪ ਕਰਦਾ ਸਟੂਡੈਂਟ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਊਗੀ, ਤੁਸੀਂ ਸਮਝਿਆ ਹੋਊਗਾ ਕਿ ਰਾਈਟਿੰਗ ਦੇ ਵਿੱਚ ਆਪਾਂ ਇੰਟਰੋਡਕਸ਼ਨ ਕਿਵੇਂ ਬਣਾਉਣੀ ਹੈ। ਇਸ ਤੋਂ ਇਲਾਵਾ ਅਗਰ ਤੁਹਾਨੂੰ ਕੋਈ ਹੋਰ ਡਾਊਟ ਹੈਗਾ ਜਦੋਂ ਮਰਜ਼ੀ ਤੁਸੀਂ ਮੈਨੂੰ WhatsApp ਕਰ ਸਕਦੇ ਆ, ਮੈਨੂੰ ਕਮੈਂਟ ਕਰਕੇ ਦੱਸ ਸਕਦੇ ਆ। ਤੁਹਾਡੇ ਲਈ ਹਰ ਸੋਲੂਸ਼ਨ ਲੈ ਕੇ ਆਉਂਗਾ YouTube ਦੇ ਉੱਤੇ ਬਿਲਕੁਲ ਫ੍ਰੀ ਆਫ ਕਾਸਟ। ਤੇ ਇਸ ਦੇ ਨਾਲ ਹੀ ਸਟੂਡੈਂਟ ਅਗਰ ਵੀਡੀਓ ਚੰਗੀ ਲੱਗੀ ਆ ਤਾਂ ਮੇਰੀ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ, ਸ਼ੇਅਰ ਵੀ ਜ਼ਰੂਰ ਕਰਿਓ ਬਾਕੀਆਂ ਦੇ ਨਾਲ, ਬਾਕੀਆਂ ਤੱਕ ਵੀ ਪਹੁੰਚਾਇਓ ਜਿਹੜੇ ਗਲਤ ਤਰੀਕੇ ਦੇ ਨਾਲ ਇੰਟਰੋਡਕਸ਼ਨ ਲਿਖਦੇ ਆ। ਐਂਡ ਮੋਸਟ ਇੰਪੋਰਟੈਂਟ ਸਟੂਡੈਂਟ ਕਿ ਜਿੰਨਾ ਚਿਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰੋਗੇ ਮੈਨੂੰ ਮੋਟੀਵੇਸ਼ਨ ਕਿੱਦਾਂ ਮਿਲੂਗਾ ਕਿ ਮੈਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਵਾਂ। So don't forget to subscribe my YouTube channel. Thank you.